हाँ जी बेटा, ये अपना ਜਿਹੜਾ ਹੈਗਾ 13 ਅਕਤੂਬਰ ਦਾ ਲੈਕਚਰ ਹੈਗਾ ਦਿਨ ਮੰਗਲਵਾਰ ਦਾ। ਅੱਜ ਆਪਣਾ ਟੌਪਿਕ ਜਿਹੜਾ ਹੈਗਾ ਲੌਜਿਕ ਐਂਡ ਕੁਆਂਟੀਫਾਇਰ ਚੈਪਟਰ ਚੱਲ ਰਿਹਾ ਸੀਗਾ, ਜਿਸ 'ਚ ਮੈਂ ਤੁਹਾਨੂੰ ਲਾਸਟ ਪ੍ਰੂਫ ਜਿਵੇਂ ਕਿ ਆਪਾਂ ਨੂੰ ਆਹ ਦਿੱਤਾ ਹੋਇਆ ਹੈਗਾ ਕੋਈ ਵੀ ਚੀਜ਼, ਜਿਵੇਂ ਕਿ P ਬਾਈ ਕੰਡੀਸ਼ਨਲ ਵਿਦ Q ਐਂਡ ਅਗੇਨ ਬਾਈ ਕੰਡੀਸ਼ਨਲ ਵਿਦ R इज इक्वल टू P बाई कंडीशनल ब्रैकेट पा के Q बाई कंडीशनल विद R है ना। जस्ट एसोसीएटिव ला जो देखा जाए तो ब्रैकेट्स के फर्क है दोनों साइड से आपने कोई भी देखो जो रिजल्ट शो करना होंगे है तो आपां की करना उस तरह बस चलना। पहला तुसी की करना है जिन्ने भी तुहाडे हैगे सैट जे P Q R तीन है तो तुसी की करनी है तीन रोज़ तीन ਜਿਹੜੇ ਹੈਗੇ ਸੈੱਟ ਉਹਨਾਂ ਦੇ ਹਿਸਾਬ ਨਾਲ ਹੈਗਾ ਲਿਖ ਲੈਣੀਆਂ ਹੈਗੀਆਂ ਰੋਜ਼ ਆਪਣੀਆਂ। ਓਕੇ, ਇਹ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਲਿਖਣੀ ਹੈਗੀ। ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਨੂੰ ਜਿਹੜਾ ਕੁਛ ਵੀ ਚਾਹੀਦਾ ਹੈਗਾ ਉਸੇ ਤਰ੍ਹਾਂ ਲਿਖਦੇ ਜਾਓ। ਜਿਵੇਂ ਪਹਿਲਾਂ P ਬਾਈ ਕੰਡੀਸ਼ਨਲ Q ਚਾਹੀਦਾ, ਇੱਕ ਤੁਹਾਨੂੰ ਇੱਕ Q ਬਾਈ ਕੰਡੀਸ਼ਨਲ R ਚਾਹੀਦਾ ਹੈਗਾ। ਪਹਿਲਾਂ ਤੁਸੀਂ ਕੀ ਕੀਤਾ ਹੈਗਾ P ਬਾਈ ਕੰਡੀਸ਼ਨਲ ਵਿਦ Q ਬਾਈ ਕੰਡੀਸ਼ਨਲ ਕੀ ਹੁੰਦਾ ਹੈਗਾ, ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਜੇ ਦੋਨੋਂ ਰਿਜ਼ਲਟ ਟਰੂ ਹੈ ਤੇ ਦੋਨੋਂ ਫਾਲਸ ਹੈ ਤਾਂ ਰਿਜ਼ਲਟ ਆਪਣੇ ਕੋਲੇ ਟਰੂ ਹੋਏਗਾ। ਅਦਰਵਾਈਜ਼ ਜੇ ਇੱਕ ਟਰੂ ਇੱਕ ਫਾਲਸ ਹੈਗਾ ਚਾਹੇ ਕੋਈ ਵੀ ਹੋਵੇ, ਜੇ ਇੱਕ ਟਰੂ ਇੱਕ ਫਾਲਸ ਹੈ ਤਾਂ ਰਿਜ਼ਲਟ ਫਾਲਸ ਹੋਏਗਾ। ਦੇਖੋ ਦੋਨੋਂ ਟਰੂ ਤਾਂ ਰਿਜ਼ਲਟ ਟਰੂ, ਟਰੂ ਫਾਲਸ ਰਿਜ਼ਲਟ ਫਾਲਸ, ਫਾਲਸ ਟਰੂ ਰਿਜ਼ਲਟ ਫਾਲਸ, ਫਾਲਸ ਫਾਲਸ ਦੋਨੋਂ ਫਾਲਸ ਹੈ ਤਾਂ ਰਿਜ਼ਲਟ ਟਰੂ। ਕਲੀਅਰ, ਇਸ ਤਰ੍ਹਾਂ ਤੁਸੀਂ ਇਹ ਲਿਖਦੇ ਚਲੇ ਜਾਣਾ। ਉਸ ਤੋਂ ਬਾਅਦ Q ਬਾਈ ਕੰਡੀਸ਼ਨਲ ਆਰ, ਇਹ ਵੀ ਸੇਮ ਉਹੀ ਪ੍ਰੋਸੈਸ ਰਹੇਗਾ। ਕੰਡੀਸ਼ਨਸ ਤੁਹਾਡੇ ਉਹੀ ਜਿਵੇਂ ਜਿਹੜੀਆਂ ਤੁਹਾਨੂੰ ਪਿੱਛੇ ਸਿਖਾਈਆਂ। ਉਸ ਤੋਂ ਬਾਅਦ ਤੁਸੀਂ ਹੁਣ P ਬਾਈ ਕੰਡੀਸ਼ਨਲ Q ਦਾ ਬਾਈ ਕੰਡੀਸ਼ਨਲ ਕੱਢਣਾ ਹੈ R ਦੇ ਨਾਲ। ਹੁਣ ਤੁਸੀਂ ਇਹ ਵਾਲੇ ਸੈੱਟ ਤੇ ਇਹਦੇ ਵਿੱਚ ਦੇਖਣਾ ਹੈਗਾ, ਜੇ ਤਾਂ ਦੋਨੋਂ ਟਰੂ ਹੈ ਤਾਂ ਰਿਜ਼ਲਟ ਟਰੂ ਲਿਖ ਦੋਗੇ, ਜੇ ਇੱਕ ਟਰੂ ਇੱਕ ਫਾਲਸ ਹੈ ਰਿਜ਼ਲਟ ਫਾਲਸ ਲਿਖ ਦੇਣਾ ਹੈ। ਕਲੀਅਰ ਬੇਟਾ, ਜੇ ਦੋਨੋਂ ਟਰੂ ਹੈ ਤਾਂ ਟਰੂ, ਜੇ ਦੋਨੋਂ ਫਾਲਸ ਹੈ ਤਾਂ ਵੀ ਰਿਜ਼ਲਟ ਟਰੂ। ਪਰ ਜੇ ਇੱਕ ਫਾਲਸ ਇੱਕ ਟਰੂ ਹੈ, ਚਾਹੇ ਅੱਗੇ ਪਿੱਛੇ ਹੈ ਚਾਹੇ ਪਿੱਛੇ ਅੱਗੇ ਹੈ, ਕੋਈ ਜਿਵੇਂ ਮਰਜ਼ੀ ਤਾਂ ਰਿਜ਼ਲਟ ਫਾਲਸ ਹੀ ਹੈ। ਉਸੇ ਤਰ੍ਹਾਂ ਆਪਾਂ ਨੇ ਕਰਨਾ ਹੈ। ਐਂਡ 'ਤੇ ਤੁਸੀਂ ਦੋਨੋਂ ਰਿਜ਼ਲਟਸ ਮਿਲਾ ਕੇ ਦੇਖ ਲਓ, ਤੁਹਾਡੇ ਕੋਲ ਸੇਮ ਆ ਰਹੇ ਤਾਂ ਇਟ ਮੀਨਸ ਇਹ ਦੋਨੋਂ ਕੀ ਹੈ ਇਕੁਅਲ ਹੈ। ਓਕੇ, ਇਹ ਸਾਰਾ ਟਰੂਥ ਟੇਬਲ ਬਣਾਉਣਾ ਬਹੁਤ ਈਜ਼ੀ ਕੰਮ ਹੈ, ਸਭ ਤੋਂ ਈਜ਼ੀ ਸੌਖਾ ਕੰਮ ਹੈ ਇਸ ਚੈਪਟਰ ਦੇ ਵਿੱਚ, ਤੁਸੀਂ ਈਜ਼ੀਲੀ ਕਰ ਸਕਦੇ ਹੋ। ਉਸ ਤੋਂ ਬਾਅਦ ਆਪਣੇ ਕੋਲ ਡੈਫੀਨੇਸ਼ਨ ਆ ਜਾਂਦੀ ਹੈ ਡੁਐਲਿਟੀ ਦੀ ਆ ਜਾਂਦੀ ਹੈ। ਡੁਐਲਿਟੀ ਕੀ ਹੁੰਦਾ ਹੈ ਕਿ ਜੇ ਸੈਟ ਐਸ ਬੀ ਐਨੀ ਗਿਵਨ ਸਟੇਟਮੈਂਟ, ਜੇ ਐਸ ਆਪਣੇ ਕੋਲ ਕੋਈ ਸਟੇਟਮੈਂਟ ਹੈ ਦੈਨ ਦਾ ਸਟੇਟਮੈਂਟ ਫੋਰਮਡ ਬਾਈ ਇੰਟਰਚੇਂਜਿੰਗ, ਮਤਲਬ ਜਦੋਂ ਆਪਾਂ ਇੰਟਰਚੇਂਜ ਕਰਕੇ ਜਿਹੜੀ ਵੀ ਸਟੇਟਮੈਂਟ ਲੈਣੀ ਹੈ, ਐਸ ਗਿਵਨ ਸਟੇਟਮੈਂਟ ਹੈ ਅਤੇ ਐਸ ਨੂੰ ਇੰਟਰਚੇਂਜ ਕਰ ਦਈਏ। ਕਿਹਨੂੰ ਇੰਟਰਚੇਂਜ ਕਰ ਦਈਏ ਮੀਨਸ ਕੰਜੰਕਸ਼ਨ ਨੂੰ ਡਿਸਜੰਕਸ਼ਨ ਦੇ ਵਿੱਚ, ਡਿਸਜੰਕਸ਼ਨ ਨੂੰ ਕੰਜੰਕਸ਼ਨ ਦੇ ਵਿੱਚ, ਠੀਕ ਹੈ। 0 ਨੂੰ 1 ਦੇ ਵਿੱਚ ਅਤੇ 1 ਨੂੰ 0 ਦੇ ਵਿੱਚ ਜਦੋਂ ਆਪਾਂ ਚੇਂਜ ਕਰ ਦਿੰਦੇ ਹੈਗੇ ਉਦੋਂ ਆਪਣੇ ਕੋਲ ਜਿਹੜੀ ਸਟੇਟਮੈਂਟ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਹਾਂ ਡੂਏਲ ਆਫ ਐਸ ਕਹਿੰਦੇ ਹੈ। ਅਤੇ ਇਹਨੂੰ ਡਿਨੋਟ ਕਿਹਦੇ ਨਾਲ ਕੀਤਾ ਜਾਂਦਾ ਹੈ, ਐਸ ਸਟਾਰ ਦੇ ਨਾਲ ਇਹਨੂੰ ਡਿਨੋਟ ਕੀਤਾ ਜਾਂਦਾ ਹੈ। ਕਲੀਅਰ ਬੇਟਾ, ਇੰਟਰਚੇਂਜ ਕਰਨਾ ਜਸਟ ਆਪਾਂ ਨੇ ਕਿਹਨੂੰ ਕਰਨਾ ਹੈਗਾ ਕੰਜੰਕਸ਼ਨ ਨੂੰ ਡਿਸਜੰਕਸ਼ਨ, ਡਿਸਜੰਕਸ਼ਨ ਨੂੰ ਕੰਜੰਕਸ਼ਨ, 0 ਨੂੰ 1 'ਚ 1 ਨੂੰ 0 ਦੇ ਵਿੱਚ ਆਪਾਂ ਨੇ ਕਰਨਾ ਹੈ। ਹੁਣ ਜਿਵੇਂ ਕਿ ਐਗਜ਼ਾਮਪਲ ਹੈ ਕਿ P ਡਿਸਜੰਕਸ਼ਨ 0 ਇਜ਼ ਇਕੁਅਲ ਟੂ P, ਇਹਦੇ ਵਿੱਚ ਚੇਂਜ ਕਰ ਦਿਓ ਤੁਸੀਂ, ਡਿਸਜੰਕਸ਼ਨ ਦੀ ਜਗ੍ਹਾ 'ਤੇ ਕੰਜੰਕਸ਼ਨ ਹੈ, 0 ਦੀ ਜਗ੍ਹਾ 'ਤੇ 1। ਬਾਕੀ ਜਿਹੜਾ ਹੈਗੀਆਂ ਆਪਣੀਆਂ ਸਟੇਟਮੈਂਟਸ ਉਹੀ ਰਹਿੰਦੀਆਂ, ਸਟੇਟਮੈਂਟਸ 'ਚ ਤੁਸੀਂ ਕੁਛ ਵੀ ਨਹੀਂ ਚੇਂਜ ਕਰਨਾ, ਸਿਰਫ ਜਿਹੜੇ ਸਾਈਨਸ ਹੈ ਅਤੇ 0 1 ਇਹਨਾਂ ਨੂੰ ਚੇਂਜ ਕਰਨਾ ਹੈ। ਠੀਕ ਹੈ, ਕੰਜੰਕਸ਼ਨ ਹੈਗਾ ਤਾਂ ਡਿਸਜੰਕਸ਼ਨ ਲਿਖ ਦਿਓ, ਡਿਸਜੰਕਸ਼ਨ ਹੈ ਤਾਂ ਕੰਜੰਕਸ਼ਨ ਲਿਖ ਦਿਓ। ਕਲੀਅਰ ਬੇਟਾ, ਬਹੁਤ ਈਜ਼ੀ ਡੈਫੀਨੇਸ਼ਨ ਹੈ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਹੈਗੀਆਂ ਐਗਜ਼ਾਮਪਲਸ ਸਟਾਰਟ ਹੋ ਜਾਂਦੀਆਂ ਹੈਗੀਆਂ। ਐਗਜ਼ਾਮਪਲਸ ਨੂੰ ਤੁਸੀਂ ਬੜੇ ਧਿਆਨ ਨਾਲ ਬੇਟਾ ਪੜ੍ਹ ਲੈਣਾ ਹੈ, ਸਮਝ ਲੈਣਾ, ਇਹਨਾਂ ਨੂੰ ਸਾਰੀਆਂ ਹੀ ਐਗਜ਼ਾਮਪਲਸ ਤੁਸੀਂ ਕਰਨੀਆਂ ਹੈਗੀਆਂ। ਠੀਕ ਹੈ, ਇਹੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦੀ ਹਾਂ, ਸਾਰੀਆਂ ਐਗਜ਼ਾਮਪਲਸ ਨੂੰ ਹੁਣ ਤੁਸੀਂ ਆਪਣਾ ਗੋ ਥਰੂ ਹੋ ਲਿਓ, ਕਿਉਂਕਿ ਕਾਫੀ ਐਗਜ਼ਾਮਪਲਸ ਹੈ। ਮੈਂ ਤੁਹਾਨੂੰ ਸਾਰੀਆਂ ਐਗਜ਼ਾਮਪਲਸ ਨਹੀਂ ਕਰਵਾਵਾਂਗੀ, ਵਿੱਚੋਂ ਐਗਜ਼ਾਮਪਲਸ ਕੁਝ ਕਰਵਾਵਾਂਗੀ। ਤੁਸੀਂ ਆਪਣੀਆਂ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਹੈ ਉਹਨਾਂ ਨੂੰ ਸੋਲਵ ਜ਼ਰੂਰ ਕਰਕੇ ਦੇਖਣਾ ਹੈਗਾ। ਸਾਰੀਆਂ ਹੀ ਐਗਜ਼ਾਮਪਲਸ ਇੰਪੋਰਟੈਂਟ ਹੈਗੀਆਂ।
जिमें कि फर्स्ट एग्जाम्पल है मैं दस दें तुहानू कि फॉर ईच ऑफ द फॉलोइंग सेंटेंसिस तुहानू गिवन है स्टेट वैदर इट इज़ अ स्टेटमेंट एंड इंडिकेट इट्स ट्रुथ वैल्यू इफ इट इज़ अ स्टेटमेंट। ठीक है, पहला तो तुसी ये दसना है कि ਜਿਹੜੀਆਂ ਆਹ नीचे लाइनस लिखे हुए हैं कि ये सेंटेंसिस लिखे हुए हैं कि ये स्टेटमेंट हैगी जे स्टेटमेंट है कि ये ट्रू स्टेटमेंट है कि फाल्स स्टेटमेंट है ये दसना आपने। ओके, तो मीनस तुसी इन्हां नूं हुण तुसी ये पढ़ोगे कि ये ट्रू स्टेटमेंट्स है कि फाल्स स्टेटमेंट है। हुण जिवें तुसी आ देखो पहला रिजल्ट है 3 × 5 कितना हुंदा तुहानूं पता है 15 हुंदा है ना। 3 × 5 15 + 4 कर दो अपने कोले 19 बनता है। इट मीन दिस इज़ द ट्रू स्टेटमेंट है ना। क्लीयर, कोई डाउट ही नहीं हैगा। यू कैन ईजली से दिस इज़ अ ट्रू स्टेटमेंट। मून इज़ नॉट ए हैवनली बॉडी। हुण मून जिहड़ा है वो हैवनली बॉडी हुंदा है कि नहीं हुंदा, ये साइंस स्टूडेंट्स पढ़ के आए बच्चे तुसी तो तुहानूं पता है मून एक हैवनली बॉडी हुंदी हैगी, हैवी बॉडी है ये। तो इट मीन दिस इज़ द रॉन्ग स्टेटमेंट, फॉल्स स्टेटमेंट है ये, एक गलत गल है ये। ओके, सो नेक्स्ट इज़ अ टूडे इज़ संडे। नाउ टूडे इज़ संडे, हुण इहदा की मतलब आ जाएगा कि टूडे इज़ संडे। हुण बेटा अज की है आपां नूं पता अज ट्यूसडे है, तो मीनस ये स्टेटमेंट कदों ट्रू होएगी जदों आपां संडे वाले दिन जे आपां ये वाली लाइन बोलीए कि हाँ टूडे इज़ संडे, उस दिन तो यह लाइन ट्रू हो जाएगी। बाकी दे दिनां दे विच जे आपां ये गल कहांगे कि टूडे इज़ संडे तो फाल्स स्टेटमेंट हो जाएगी। तो इट मीनस की हो गया इस तरीके कंडीशन लगेगी थोड़ी जी कि मतलब एक पर्टिकुलर डे ते तो यह स्टेटमेंट ट्रू हैगी, बाकी दिनों ते यह स्टेटमेंट की हैगी फाल्स स्टेटमेंट हैगी। नैक्सट इज़ द वाई आर यू स्मोकिंग। वाई आर यू स्मोकिंग, हुण देखो पिछे की आ गया गा क्वेश्चन मार्क आ गया। तो मैं तुहानूं दस्सिया सीगा ਇਹ ਜਿਹੀਆਂ ਸਟੇਟਮੈਂਟਸ ਜਿਨ੍ਹਾਂ ਦੇ ਵਿੱਚ ਕੁਐਸਚਨਿੰਗ ਕੀਤੀ ਜਾਂਦੀ ਹੈ ਜਾਂ ਐਕਸਕਲੇਮੇਸ਼ਨ ਦਾ ਸਾਈਨ ਹੈਰਾਨੀ ਵਾਲੇ ਆ ਜਾਂਦੇ ਹੈਗੇ ਜਾਂ ਤੁਸੀਂ ਪ੍ਰੇ ਕਰ ਰਹੇ ਹੋਗੇ, ਉਹ ਜਿਹੜੀਆਂ ਹੁੰਦੀਆਂ ਆਪਾਂ ਦੀਆਂ ਉਹਨਾਂ ਨੂੰ ਆਪਾਂ ਕਿਸੇ ਵੀ ਸਟੇਟਮੈਂਟ 'ਚ ਕਾਊਂਟ ਨਹੀਂ ਕਰਦੇ ਹੈਗੇ। ਦੈਟ ਆਰ ਨੋਟ, ਉਹਨਾਂ ਨੂੰ ਆਪਾਂ स्टेटमेंट दे विच काउंट नहीं करते ट्रू या फाल्स दे विच। मीनस दिस इज़ द नॉट ए स्टेटमेंट, दिस इज़ नॉट ए स्टेटमेंट। ओके, नेक्स्ट इज़ आल्सो नॉट ए स्टेटमेंट बिकॉज डू यू लाइक रीडिंग, इट इज़ नॉट ए स्टेटमेंट। नेक्स्ट सिक्स्थ इज लॉजिक इज़ अ वेरी इंटरेस्टिंग सब्जेक्ट। नाउ लॉजिक इज़ अ वेरी इंटरेस्टिंग सब्जेक्ट। ਇਹਦੇ ਵਿੱਚ ਇਹ ਕੀ ਹੈਗਾ, ਇਹ ਤੁਸੀਂ ਹੁਣ ਕਹਿ ਨਹੀਂ ਸਕਦੇ ਹੈਗੇ ਕਿ ਲੌਜਿਕ ਇੱਕ ਇੰਟਰਸਟਿੰਗ ਸਬਜੈਕਟ। ਹੁਣ ਤੁਸੀਂ ਕੁਛ ਬੱਚਿਆਂ ਨੂੰ ਪੁੱਛ ਕੇ ਦੇਖੋ ਕਲਾਸ ਦੇ ਵਿੱਚ, ਕੁਛ ਬੱਚੇ ਕਹਿਣਗੇ ਲੌਜਿਕ ਇਜ਼ ਵੈਰੀ ਇੰਟਰਸਟਿੰਗ ਸਬਜੈਕਟ, ਕੁਝ ਸਾਡਾ ਤਾਂ ਕੋਈ ਇੰਟਰਸਟ ਨਹੀਂ ਹੈਗਾ। ਕੁਛ ਕਹਿਣਗੇ ਕਿ ਹਾਂ ਬਹੁਤ ਵਧੀਆ ਸਬਜੈਕਟ ਹੈ। ਜਿਨ੍ਹਾਂ ਦਾ ਇੰਟਰਸਟ ਹੈ ਉਹਨਾਂ ਲਈ ਇੰਟਰਸਟਿੰਗ ਸਬਜੈਕਟ ਹੈ। ਦੇਖੋ ਸਬਜੈਕਟ ਬਹੁਤ ਸਾਰੇ ਹੁੰਦੇ, ਹਿਸਟਰੀ ਆ, ਪੋਲੀਟੀਕਲ ਸਾਇੰਸ ਹੈ, ਜਾਂ ਤੁਸੀਂ ਕੰਪਿਊਟਰ ਦੇ ਹੀ ਸਬਜੈਕਟ ਬੇਟਾ ਪੜ੍ਹਦੇ ਹੋਗੇ ਹੈ ਨਾ। ਕੰਪਿਊਟਰ ਦੇ ਵਿੱਚ ਤੁਹਾਨੂੰ ਸਾਰੇ ਸਬਜੈਕਟ ਤਾਂ ਨਹੀਂ ਵਧੀਆ ਲੱਗਦੇ ਹੈਗੇ, ਕੁਛ ਤੁਹਾਨੂੰ ਬਹੁਤ ਵਧੀਆ ਲੱਗਦੇ ਆ, ਕੁਛ ਤੁਹਾਨੂੰ ਨਹੀਂ ਵਧੀਆ ਲੱਗਦੇ ਹੈਗੇ। ਜਿਹੜੇ ਵਧੀਆ ਲੱਗਦੇ ਉਹ ਤੁਹਾਨੂੰ ਇੰਟਰਸਟਿੰਗ ਲੱਗਦੇ, ਜਿਹੜੇ ਨਹੀਂ ਵਧੀਆ ਲੱਗਦੇ ਤੁਹਾਨੂੰ ਇੰਟਰਸਟਿੰਗ ਨਹੀਂ ਲੱਗਦੇ। ਪਰ ਇਹ ਸਾਰਿਆਂ ਦੇ ਉੱਤੇ ਚੀਜ਼ ਇਹ ਅਪਲਾਈ ਨਹੀਂ ਨਾ ਹੁੰਦੀ ਹੈਗੀ ਕਿ ਸਾਰੇ ਹੀ ਬੱਚੇ ਉਸ ਸਬਜੈਕਟ ਨੂੰ ਕਹਿਣ ਕਿ ਦਿਸ ਇਜ਼ ਵੈਰੀ ਇੰਟਰਸਟਿੰਗ ਸਬਜੈਕਟ। ਸੋ ਦਿਸ ਇਜ਼ ਐਨ ਓਪਨ ਸਟੇਟਮੈਂਟ। ਇਹ ਕੀ ਆਪਣੇ ਕੋਲੇ ਇੱਕ ਓਪਨ ਸਟੇਟਮੈਂਟ ਹੈਗੀ। ਦਿਸ ਇਜ਼ ਨੋਟ ਮੀਨਸ ਇਹਦੇ ਵਿੱਚ ਇੱਕ ਇਹ ਕੀ ਇੱਕ ਓਪਨ ਸੈਂਟੈਂਸ ਹੈ, ਆਪਾਂ ਇਹਨੂੰ ਸਟੇਟਮੈਂਟ ਦੇ ਵਿੱਚ ਕਾਊਂਟ ਨਹੀਂ ਕਰਾਂਗੇ। ਠੀਕ ਹੈ, ਇਹ ਕੀ ਹੈ ਇੱਕ ਓਪਨ ਸੈਂਟੈਂਸ ਹੈ ਕਿਉਂਕਿ ਇਹਦੇ ਵਿੱਚ ਆਪਾਂ ਪਰਟੀਕੂਲਰਲੀ ਇਹ ਕੁਛ ਵੀ ਨਹੀਂ ਕਹਿ ਸਕਦੇ ਹੈਗੇ ਕਿ ਇਹ ਇੱਕ ਸਟੇਟਮੈਂਟ ਹੈ। ਸ਼ੋਰਟੀ ਨਾਲ ਕੁਛ ਨਹੀਂ ਕਹਿ ਸਕਦੇ ਕਿ ਸਾਰੇ ਬੱਚਿਆਂ 'ਤੇ ਇਹ ਚੀਜ਼, ਕਿਉਂਕਿ ਸਭ ਦੇ ਵਾਸਤੇ ਯੂਨੀਵਰਸ ਟਰੂਥ ਨਹੀਂ ਹੈਗਾ ਗਾ ਕਿ ਲੌਜਿਕ ਇੱਕ ਇੰਟਰਸਟਿੰਗ ਸਬਜੈਕਟ ਹੀ ਹੈਗਾ। ਓਕੇ ਬੇਟਾ, ਇਸ ਕਰਕੇ there are only 100 positive integers. Now you know the integers ਕੀ ਹੁੰਦੀ ਹੈ। integers ਹੁੰਦੇ ਆ ਨਾ ਬੇਟਾ, ਤੁਹਾਨੂੰ ਮੈਂ ਕਿੰਨੇ ਵਾਰੀ ਪਹਿਲਾਂ ਵੀ ਦੱਸ ਚੁੱਕੀ, ਆਪਾਂ ਪਿਛਲੇ ਚੈਪਟਰ 'ਚ ਵੀ ਕਰਕੇ ਆਏ ਹਾਂ।
that are from minus infinity to plus infinity ਜਿਹੜੇ ਕਿ ਚੱਲਦੇ ਹੈਗੇ। 0 ਇਹਨਾਂ ਦਾ ਸੈਂਟਰ ਪੁਆਇੰਟ ਹੈ, 1 2 3 ਅਪ ਟੂ ਪਲੱਸ ਇਨਫਿਨਿਟੀ ਤੱਕ ਚੱਲਦੇ, ਅਤੇ ਨੈਗੇਟਿਵ ਵੀ ਹੁੰਦੇ ਆ ਇੰਟੀਜਰਸ ਆਪਣੇ ਕੋਲੇ -1 -2। ਪਰ ਇਹ ਚਲੋ ਪੋਜ਼ੀਟਿਵ ਦੀ ਗੱਲ ਕਰ ਰਿਹਾ ਹੈਗਾ, ਤਾਂ ਪੋਜ਼ੀਟਿਵ ਇੰਟੀਜਰਸ ਤਾਂ 1 2 3 ਅਪ ਟੂ ਇਨਫਿਨਿਟੀ। ਇਨਫਿਨਿਟੀ ਮੀਨਸ ਇਨਫਾਈਨਾਈਟ ਇੰਟੀਜਰਸ ਹੁੰਦੇ ਆ। ਇਹ ਕਹਿੰਦਾ ਹੈਗਾ ਕਿ 100 ਹੀ ਹੁੰਦੇ ਆ। ਸੋ ਦਿਸ ਇਜ਼ ਦਾ ਫਾਲਸ ਸਟੇਟਮੈਂਟ। ਹੁਣ ਇਹਦੇ ਵਿੱਚ ਆਪਾਂ ਨੂੰ ਸ਼ੋਰਿਟੀ, ਆਪਾਂ ਨੂੰ ਪਤਾ ਹੈ ਮੈਥ ਦੇ ਵਿੱਚ ਕਿ ਇੰਟੀਜਰਸ ਦੀ ਜਿਹੜੀ ਗਿਣਤੀ ਹੁੰਦੀ ਹੈ, ਚਾਹੇ ਉਹ ਪੋਜ਼ੀਟਿਵ ਇੰਟੀਜਰਸ ਹੀ ਲਾ ਲਈਏ, ਦੈਟ ਗੋਜ਼ ਅਪ ਟੂ ਇਨਫਿਨਿਟੀ, ਦੈਟ ਆਰ ਇਨਫਾਈਨਾਈਟ, ਜਿਨ੍ਹਾਂ ਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ, ਇਨਫਿਨਿਟੀ ਤੱਕ ਜਾਂਦੇ ਹੈ। ਨੋਟ ਉਹਨਾਂ ਦੈਟ ਆਰ ਕਾਊਂਟਲੈਸ, ਉਹ ਸਿਰਫ 100 ਹੀ ਨਹੀਂ ਹੈਗੇ। ਇਸ ਕਰਕੇ ਦਿਸ ਇਜ਼ ਦਾ ਫਾਲਸ ਸਟੇਟਮੈਂਟ। ਕਲੀਅਰ ਬੇਟਾ। ਨੈਕਸਟ ਜਿਵੇਂ ਹੈਗੇ ਸਮ ਆਫ 3 ਐਂਗਲਸ ਆਫ ਏ ਟ੍ਰਾਇੰਗਲ ਇਜ਼ 2 ਰਾਈਟ ਐਂਗਲਸ, ਹੈ ਨਾ। ਹੁਣ ਇਹ ਚੀਜ਼ ਆਪਾਂ ਨੂੰ ਪਤਾ ਹੈ ਕਿ 2 ਰਾਈਟ ਐਂਗਲਸ ਦਾ ਸਮ ਕਿੰਨਾ ਹੁੰਦਾ। ਰਾਈਟ ਐਂਗਲ ਕਿੰਨੇ ਡਿਗਰੀ ਦਾ ਹੁੰਦਾ? 90 ਡਿਗਰੀ ਦਾ। ਤਾਂ ਉਹਨਾਂ ਦਾ ਸਮ ਕਿੰਨਾ ਹੋ ਗਿਆ? 180 ਡਿਗਰੀ ਦਾ। ਅਤੇ ਕਿਸੇ ਵੀ ਟ੍ਰਾਇੰਗਲ ਦੇ ਤਿੰਨੋਂ ਐਂਗਲਸ ਦਾ ਸਮ ਆਪਾਂ ਨੂੰ ਪਤਾ ਕਿੰਨਾ ਹੁੰਦਾ ਹੈਗਾ? 180 ਡਿਗਰੀ ਹੁੰਦਾ। ਤਾਂ ਇਟ ਮੀਨਸ ਇਹ ਇਕੁਅਲ ਹੋ ਗਿਆ ਸਮ, ਤਾਂ ਮੀਨਸ ਦਿਸ ਇਜ਼ ਦਾ ਟਰੂ ਸਟੇਟਮੈਂਟ। ਆਪਾਂ ਨੂੰ ਪਤਾ ਲੌਜੀਕਲੀ ਆਪਾਂ ਇਹ ਚੀਜ਼ ਪ੍ਰੂਵ ਕਰ ਸਕਦੇ ਹਾਂ। ਮੇ ਗੋਡ ਬਲੈਸ ਯੂ ਵਿਦ ਸਕਸੈਸ, ਸਾਈਨ ਆਫ ਐਕਸਕਲੇਮੇਸ਼ਨ ਆ ਜਾਏਗਾ। ਦਿਸ ਇਜ਼ ਨੋਟ ਅ ਸਟੇਟਮੈਂਟ, ਆਪਾਂ ਇਹਨੂੰ ਕਾਊਂਟ ਕਰਾਂ। ਕਲੀਅਰ। ਇਸ ਤਰ੍ਹਾਂ ਜਿਹੜੀਆਂ ਹੁੰਦੀਆਂ ਆਪਣੇ ਕੋਲੇ ਕੁਛ ਸਟੇਟਮੈਂਟਸ ਬਣਦੀਆਂ, ਕੁਛ ਓਪਨ ਸਟੇਟਮੈਂਟਸ ਹੁੰਦੀਆਂ ਹੈਗੀਆਂ ਜਿਨ੍ਹਾਂ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਹੈਗੇ, ਕਿਸੇ 'ਤੇ ਅਪਲਾਈ ਹੁੰਦੀ ਹੈ, ਕਿਸੇ 'ਤੇ ਨਹੀਂ ਹੁੰਦੀਆਂ ਹੈਗੀਆਂ। ਜਿਵੇਂ ਟੂਡੇ ਸੰਡੇ, ਉਹ ਕਿਸੇ ਦਿਨ ਅਪਲਾਈ ਹੁੰਦੀ ਹੈ, ਕਿਸੇ ਦਿਨ ਨਹੀਂ ਹੁੰਦੀ ਹੈਗੀ। ਉਵੇਂ ਲੌਜਿਕ ਇਜ਼ ਐਨ ਇੰਟਰਸਟਿੰਗ ਸਬਜੈਕਟ, ਕੁਛ ਬੱਚਿਆਂ 'ਤੇ ਅਪਲਾਈ ਹੁੰਦੀ ਹੈ, ਕੁਛ 'ਤੇ ਨਹੀਂ ਹੁੰਦੀ ਹੈਗੀ। ਇਸ ਕਰਕੇ ਉਹਨਾਂ ਨੂੰ ਆਪਾਂ ਸਟੇਟਮੈਂਟ ਨਹੀਂ ਕਾਊਂਟ ਕਰ ਸਕਦੇ ਹੈਗੇ। ਅਤੇ ਕੁਛ ਜਿਹੜੀਆਂ ਹੁੰਦੀਆਂ ਹੈਗੀਆਂ ਸਟੇਟਮੈਂਟਸ ਜਿਨ੍ਹਾਂ 'ਤੇ ਆਪਾਂ ਸ਼ੋਰਲੀ ਕਹਿ ਸਕਦੇ ਹਾਂ ਕਿ ਇਹ ਟਰੂ ਸਟੇਟਮੈਂਟਸ ਹੈ ਅਤੇ ਇਹ ਫਾਲਸ ਸਟੇਟਮੈਂਟ ਹੈ। ਅਤੇ ਕੁਛ ਸਟੇਟਮੈਂਟਸ ਨੂੰ ਆਪਾਂ ਸਿੱਧਾ ਹੀ ਕਹਿ ਸਕਦੇ ਹਾਂ ਦੀਜ਼ ਆਰ ਨੋਟ ਸਟੇਟਮੈਂਟਸ। ਓਕੇ, ਅਤੇ ਇਸ ਤਰ੍ਹਾਂ ਇਹਨਾਂ ਨੂੰ ਧਿਆਨ 'ਚ ਤੁਸੀਂ ਰੱਖਣਾ ਹੈਗਾ। ਅੱਗੇ ਕੁਛ ਐਗਜ਼ਾਮਪਲਸ ਦਿੱਤੀਆਂ ਹੋਈਆਂ ਹੈਗੀਆਂ, ਸੈਕਿੰਡ ਹੈ, ਥਰਡ ਹੈ। ਨੈਕਸਟ ਮੈਂ ਤੁਹਾਨੂੰ 4th ਐਗਜ਼ਾਮਪਲ ਬਾਰੇ ਦੱਸਦੀ ਹਾਂ। ਜਿਵੇਂ ਕਿ ਇਹਦੇ ਵਿੱਚ ਕਿ ਤੁਹਾਨੂੰ ਦਿੱਤਾ ਹੈ, ਰਾਈਟ ਦਾ ਫੋਲੋਇੰਗ ਸੈਂਟੈਂਸਸ ਸਟੇਟਮੈਂਟਸ। ਤੁਹਾਨੂੰ ਆ ਸਟੇਟਮੈਂਟ ਦਿੱਤੀ ਹੋਈ ਹੈਗੀ ਇਨ ਸਿੰਬੋਲਿਕ ਫੋਰਮ ਐਂਡ ਗਿਵ ਦੇਅਰ ਨੈਗੇਸ਼ਨਸ। ਠੀਕ ਹੈ, ਸਿੰਬੋਲਿਕ ਫੋਰਮ ਦੇ ਵਿੱਚ ਲਿਖੋ ਅਤੇ ਉਹਨਾਂ ਦੇ ਨੈਗੇਸ਼ਨਸ ਵੀ ਲਿਖੋ। ਠੀਕ ਹੈ, ਸਿੰਬੋਲਿਕ ਫੋਰਮ ਦੇ ਵਿੱਚ ਜਦੋਂ ਆਪਾਂ ਲਿਖਣਾ ਹੈਗਾ, ਸਿੰਬਲ ਫੋਰਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਫਸਟ ਸਮ ਦਿੱਤਾ ਹੈ, ਇਫ ਯੂ ਵਰਕ ਹਾਰਡ। ਠੀਕ ਹੈ, ਜੇ ਤੁਸੀਂ ਵਰਕ ਹਾਰਡ ਕਰੋਗੇ ਯੂ ਵਿਲ ਗੈਟ ਦਾ ਫਸਟ ਡਿਵੀਜ਼ਨ। ਕਲੀਅਰ। ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਫਸਟ ਡਿਵੀਜ਼ਨ ਮਿਲੇਗੀ। ਇਹਨੂੰ ਤੁਸੀਂ ਕੀ ਕਰਨਾ, ਹੁਣ ਸਿੰਬੋਲਿਕ ਫੋਰਮ 'ਚ ਲਿਖਣਾ। ਸਿੰਬੋਲਿਕ ਫੋਰਮ ਦਾ ਮਤਲਬ ਕੀ ਹੈ ਬੇਟਾ, ਤੁਸੀਂ ਇੱਦਾਂ ਜਿਹੜਾ ਆਪਾਂ ਪਿੱਛੇ ਕਰਕੇ ਆਏ ਨਾ ਕੰਡੀਸ਼ਨਲ, ਬਾਈ ਕੰਡੀਸ਼ਨਲ, ਕੰਜੰਕਸ਼ਨ ਅਤੇ ਡਿਸਜੰਕਸ਼ਨ ਫੋਰਮ ਦੇ ਵਿੱਚ ਆਪਾਂ ਇਹਨਾਂ ਨੂੰ ਲਿਖਣਾ ਹੈਗਾ। ਹੁਣ ਇਹ ਚੀਜ਼ ਆਪਾਂ ਨੂੰ ਪਤਾ ਹੀ ਹੈਗੀ, ਕੰਡੀਸ਼ਨਲ ਫੋਰਮ ਹੈਗੀ ਕਿ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਉਹ ਆਪਣੀ ਫਸਟ ਡਿਵੀਜ਼ਨ ਆਊਗੀ। ਤਾਂ ਫਸਟ ਸਟੇਟਮੈਂਟ ਕੀ ਹੋਗੀ ਕਿ ਯੂ ਵਰਕ ਹਾਰਡ। ਇਫ ਯੂ ਡੂ ਵਰਕ ਹਾਰਡ ਯੂ ਵਿਲ ਗੈਟ ਦਾ ਫਸਟ ਡਿਵੀਜ਼ਨ। ਤਾਂ ਮੀਨਸ ਪੀ ਅਪਰੋਚਿਸ ਕਿਉ। ਠੀਕ ਹੈ, ਜੇ ਆਪਾਂ ਪੀ ਕਰਾਂਗੇ ਫਿਰ ਹੀ ਆਪਾਂ ਨੂੰ ਕਿਉ ਮਿਲੂਗਾ। ਉਸ ਤੋਂ ਬਾਅਦ ਸੈਕਿੰਡ ਪਾਰਟ 'ਚ ਇਹਨਾਂ ਨੇ ਕਿਹਾ ਸੀ ਗਿਵ ਦੇਅਰ ਨੈਗੇਸ਼ਨਸ, ਉਹਨਾਂ ਦਾ ਨੈਗੇਸ਼ਨ ਵੀ ਲਿਖੋ। ਕੀ ਹੋ ਗਿਆ, ਇਹਨਾਂ ਦਾ ਨੈਗੇਸ਼ਨ ਹੋ ਗਿਆ। ਅਤੇ ਪੀ ਅਪਰੋਚਿਸ ਕਿਉਂ ਆ, ਪਿੱਛੇ ਆਪਾਂ ਨੇ ਵੈਲਿਊ ਫਾਈਂਡ ਆਊਟ ਕੀਤੀ ਸੀ ਇਹਦੀ। ਨੈਗੇਸ਼ਨ ਆਫ ਪੀ ਡਿਸਜੰਕਸ਼ਨ ਕਿਉਂ, ਇਹਨੂੰ ਤੁਸੀਂ ਸੋਲਵ ਕਰ ਲਓ। ਨੈਗੇਸ਼ਨ ਅੰਦਰ ਜਾਏਗਾ, ਨੈਗੇਸ਼ਨ ਆਫ ਨੈਗੇਸ਼ਨ ਅਤੇ ਸਾਈਨ ਚੇਂਜ ਹੋ ਜਾਂਦਾ। ਫਿਰ ਆਪਣੇ ਕੋਲੇ ਇਹ ਆਪਣੇ ਲਾ ਕੀਤਾ ਸੀਗਾ ਡੀਮੋਰਗਨਸ ਲਾ। ਠੀਕ ਹੈ, ਮੇਟ ਹੋ ਜਾਏਗਾ, ਜੁਆਇਨ ਨੂੰ ਆਪਾਂ ਮੇਟ ਡਿਸਜੰਕਸ਼ਨ ਨੂੰ ਕੰਜੰਕਸ਼ਨ 'ਚ ਚੇਂਜ ਕਰ ਦੇਵਾਂਗੇ, ਇਹਦੇ ਨਾਲ ਨੈਗੇਸ਼ਨ ਦਾ ਸਾਈਨ ਲੱਗ ਜਾਏਗਾ। ਓਕੇ, ਪੀ ਕੰਜੰਕਸ਼ਨ ਨੈਗੇਸ਼ਨ ਆਫ ਕਿਉ, ਦਿਸ ਇਜ਼ ਦਾ ਨੈਗੇਸ਼ਨ। ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਇਹਦਾ ਨੈਗੇਸ਼ਨ ਕੱਢ ਲਿਆ। ਕੀ ਕੱਢਿਆਗਾ ਕਿ ਇਫ ਈਵਨ ਇਫ ਯੂ ਵਰਕ ਹਾਰਡ ਯੂ ਵਿਲ ਨੋਟ ਗੈਟ ਫਸਟ ਡਿਵੀਜ਼ਨ। ਇਸ ਤੋਂ ਕੀ ਰਿਜ਼ਲਟ ਨਿਕਲਦਾ ਹੈਗਾ, ਈਵਨ ਇਫ ਯੂ ਵਰਕ ਹਾਰਡ ਯੂ ਵਿਲ ਨੋਟ ਗੈਟ ਫਸਟ ਡਿਵੀਜ਼ਨ। ਇਹਦਾ ਨੈਗੇਸ਼ਨ ਹੈਗਾ। ਓਕੇ ਬੇਟਾ, ਕਲੀਅਰ। ਇਹ ਜਸਟ ਜਿਹੜੀਆਂ ਹੈਗੀਆਂ ਆਪਣੇ ਕੋਲ ਸਟੇਟਮੈਂਟਸ ਹੈ
ਅੱਗੇ ਵੀ ਇਹਦੇ ਕੁਛ ਪਾਰਟ ਦਿੱਤੇ ਹੋਏ ਆ, ਉਹ ਤੁਸੀਂ ਕੱਢ ਕੇ ਦੇਖ ਸਕਦੇ ਹੋਗੇ। ਉਸ ਤੋਂ ਬਾਅਦ ਆਪਣੇ ਕੋਲੇ 5th 6th ਐਗਜ਼ਾਮਪਲ ਜਿਹੜੀ ਹੈਗੀ ਹੈ, ਇਹਦੇ ਬਾਰੇ ਜਿਵੇਂ ਤੁਹਾਨੂੰ ਦੱਸਦੀ ਹੈ, ਰਾਈਟ ਦਾ ਫੋਲੋਇੰਗ ਸਟੇਟਮੈਂਟਸ ਇਨ ਸਿੰਬੋਲਿਕ ਫਾਰਮ 'ਚ ਲਿਖਣੀ ਹੈ ਕਿ ਐਵਰੀ ਸਟੂਡੈਂਟ ਇਨ ਦਿਸ ਕਲਾਸ ਹੈਜ਼ ਸਟੱਡੀਡ ਕੈਲਕੂਲਸ, ਕਿ ਹਰੇਕ ਬੱਚਾ ਇਸ ਕਲਾਸ ਦਾ ਜਿਹੜਾ ਹੈਗਾ ਉਹ कैलकुलस स्टडी कर रहा है। एवरी स्टूडेंट हरेक बच्चा है ना, एवरी स्टूडेंट तो आपने पहला आपने लता गा इन दिस क्लास एस एक्स, इन्होंने देखो दो चीज़ें, एवरी स्टूडेंट इन दिस क्लास स्टडीड कैलकुलस, दो चीज़ा कि इस क्लास का बच्चा तो स्टडीड की कर रहा है, कैलकुलस स्टडी कर रहा है। तो एस एक्स आपने की लता गा इन दिस क्लास का बच्चा लता गा, तो सी एक्स आपने लता स्टडीड कैलकुलस, वो की है कैलकुलस स्टडी कर रहा है। मीनस अपने को क्या आ गया फॉर एवरी एक्स, वेयर एक्स की अपने को स्टूडेंट, एक्स अपने स्टूडेंट वास्ते रहता है कि फॉर एवरी एक्स हरेक बच्चा, क्योंकि एवरी बच्चा क्या है ना उन्हें फॉर एवरी एक्स, हाँ जो साइन होंगे फॉर एवरी का होंगे एवरी स्टूडेंट जोड़ा है इन दिस क्लास अप्रोचिस का साइन पता क्योंकि वो की कर रहा है स्टडीड कैलकुलस। ओके, कि यदा मतलब की है जो आप मीट पा देने हैं, यदा मतलब मीनस एवरी स्टूडेंट इन दिस क्लास, वो इस क्लास च है, इस क्लास दे विच भी है एंड हैज़ स्टडीड कैलकुलस। क्लीयर बेटा, आही चीज़ अगले सम दे विच भी इसी तरह ही आपने किया होया है। क्लीयर, उस तो बाद जिमें 8th एग्जाम्पल है कि फाइंड द ट्रुथ वैल्यू ऑफ, आपने की करना है कि ट्रुथ वैल्यू यदि पता करनी है इफ़ पी इज़ ट्रू एंड क्यू इज़ फॉल्स। अपन ये चीज़ गिवन है कि पी ट्रू है, क्यू अपने को फॉल्स है। आ जो रिजल्ट अपन गिवन है, आपने यदि ट्रुथ वैल्यू पता करनी है। स्टार्टिंग च अपन कला पी तो क्यू बारे पता है कि पी अपने को ट्रू है तो क्यू अपने को फॉल्स है। ठीक है, पहला आप इनू की करांगे, थोड़ा जा सॉल्व करांगे कि नगेशन ऑफ नगेशन पी डिसजंक्शन क्यू अपन गिवन है। अपन पता है जो आप अड अड करते हैं नगेशन के नाल इत्थे कि साइन चेंज हो जाता, कंजक्शन आ जाता है, नगेशन दोनों के नाल अड अड अपने लगा दे। नगेशन ऑफ नगेशन पी, कंजक्शन नगेशन ऑफ क्यू। क्लीयर, नगेशन आ नगेशन कैंसल हो जाती है, पी आ जाएगा अपने को कंजक्शन नगेशन क्यू। ओके, हुण आपां नूं पता पी इज़ ट्रू, पी ट्रू अपने को क्यू इज़ फॉल्स। ओके, क्लीयर, ये चीज़ आपां नूं गिवन है पी इज़ ट्रू क्यू इज़ फॉल्स। ओके, तो नैक्सट अपने को की आ जाएगा पी इज़ ट्रू एंड नगेशन, नगेशन है ना अपने को आ रहा है, तो जे क्यू अपने को फॉल्स है तो नगेशन ऑफ क्यू की हो जाएगा ट्रू हो जाएगा, उल्टा हो जाएगा ना, फिर नगेशन ऑफ क्यू इज़ ट्रू। हुण पी भी ट्रू है, नगेशन ऑफ क्यू भी ट्रू है, तो दोनों की कंजक्शन जो दोनों रिजल्ट ट्रू होंगे तो कंजक्शन की हो जाती है अपने को ट्रू हो जाती है, तो मीनस गिवन रिजल्ट इज अपने को ट्रू। इस तरह तुम ये सॉल्व करनी है बेटा। क्लीयर, उस तो बाद भी बेटा कुछ एग्जाम्पल्स होर है 9th 10th जिमें क्या ट्रूथ टेबल्स बनाए हुए बेटा, तुसी रीड करके देखियो। मैं कुछ एक दो एग्जाम्पल्स होर तुहानू नैक्सट लैक्चर दे विच करवावांगी तुहाडी क्लैरिटी दे वास्ते। तुसी भी इन्हां नू रीड करके देखियो, ट्रूथ टेबल्स बनाने बहुत ईजी है। कोई भी प्रॉब्लम हो तो बेटा तुसी पूछ लेना है, ताकि मैं क्योंकि मैं सारिया एग्जाम्पल्स तो नहीं करवा पाऊँगी, ते नाल ही एक्सरसाइज जी हैगी सैकेंड ये तुसी ये अपनी ट्राई जरूर करके देखनी हैगी। क्लीयर बेटा, थैंक यू।